ਨਾਲ ਲੱਗਦੀ ਅੰਬੂਜਾ ਸੀਮੈਂਟ ਫੈਕਟਰੀ ਦੇ ਵੱਲੋਂ ਫੈਕਟਰੀ ਦੇ ਵਿੱਚ ਹੋਰ ਵਾਧਾ ਕਰਨ ਦੇ ਲਈ ਸਰਕਾਰ ਨੂੰ ਅਰਜ਼ੀ ਦਿੱਤੀ ਗਈ ਸੀ, ਜਿਸ ਦੇ ਤਹਿਤ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਵੱਲੋਂ ਪਿੰਡ ਦਬੁਰਜੀ ਦੇ ਖੇਡ ਗਰਾਊਂਡ ਵਿੱਚ ਜਨਤਕ ਸੁਣਵਾਈ ਰੱਖੀ ਗਈ ਸੀ ਤਾਂ ਜੋ ਅੰਬੂਜਾ ਸੀਮੈਂਟ ਫੈਕਟਰੀ ਦੀਆਂ ਜੜ੍ਹਾਂ ਵਿੱਚ ਵਸੇ ਪਿੰਡਾਂ ਦੇ ਲੋਕਾਂ ਦੀ ਸਹਿਮਤੀ ਜਾਂ ਵਿਰੋਧ ਦਰਜ ਕੀਤਾ ਜਾ ਸਕੇ। ਇਸ ਸੁਣਵਾਈ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਵੱਡੇ ਅਧਿਕਾਰੀ ਅਤੇ ਰੂਪਨਗਰ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਅੰਬੂਜਾ ਸੀਮੈਂਟ ਫੈਕਟਰੀ ਦੀ ਸਮੂਹ ਮੈਨੇਜਮੈਂਟ ਅਤੇ ਇਲਾਕੇ ਦੀਆਂ ਪੰਚਾਇਤਾਂ ਤੇ ਆਮ ਲੋਕ ਸ਼ਾਮਿਲ ਹੋਏ। ਸੁਣਵਾਈ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸਵਾਲ ਪੁੱਛਣ ਸੰਬੰਧੀ ਦਿੱਤੇ ਸਮੇਂ ਦੌਰਾਨ ਲੋਕਾਂ ਨੇ ਖੁੱਲ੍ਹ ਕੇ ਅੰਬੂਜਾ ਸੀਮੈਂਟ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਸੰਬੰਧੀ ਸ਼ਿਕਾਇਤਾਂ ਵੀ ਦੱਸੀਆਂ ਅਤੇ ਸ਼ਿਕਾਇਤਾਂ ਦੌਰਾਨ ਲੋਕਾਂ ਨੇ ਦੱਸਿਆ ਕਿ ਅੰਬੂਜਾ ਸੀਮੈਂਟ ਫੈਕਟਰੀ ਤੋਂ ਉੱਠਣ ਵਾਲੇ ਪ੍ਰਦੂਸ਼ਣ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਕੈਂਸਰ, ਚਮੜੀ ਅਤੇ ਸਾਹ ਰੋਗ ਦੀਆਂ ਭਿਆਨਕ ਬਿਮਾਰੀਆਂ ਲੱਗ ਚੁੱਕੀਆਂ ਨੇ, ਉੱਥੇ ਫਸਲਾਂ ਉੱਤੇ ਪੈਣ ਵਾਲੇ ਪ੍ਰਦੂਸ਼ਣ ਕਾਰਨ ਦੁਧਾਰੂ ਪਸ਼ੂ ਵੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਕੇ ਤੇ ਮੌਜੂਦ ਏਡੀਸੀ ਦੀਪ ਸ਼ਿਖਾ ਨੇ ਸੁਣਵਾਈ ਸੰਬੰਧੀ ਜਾਣਕਾਰੀ ਦਿੱਤੀ। ਆਓ ਸੁਣਦੇ ਹਾਂ ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ ਟੀਵੀ ਦੇ ਲਈ ਰਿਪੋਰਟ। अजमेर सिंह सरपंच पिंड लौधी माजरा। सुनवाई रखी सी, की कहना चाहते हो? मैं इस वादे का पूर्ण जिहड़ा हैगा विरोध करदा ते जिहड़ा यह वाधा हो रहा जिवें पहला पोल्यूशन वध रहा उस तो किन्ना गुणा होर वधूगा, किन्नियां बीमारियां वधूगियां। इस चीज़ जिहड़ी हैगी आ फैक्ट्री इत्थे दे लोकां दे हिक्क दे उत्ते लगी हुई है। लोकां कोल पहली घट जमीन आ, वो जमीन तो बेजमीने करते, लेकिन लोगों को कोई भी ऐसी सहूलत नहीं दी गई। एक जी वाधा है ये असी सारे इलाके के सरपंच का पूर्ण जो विरोध करते हैं, पर लेकिन कुछ गलत अंसर जोड़े है अफवाह फैला रहे कि सरपंचों ने इन्हों का समर्थन किया। असी अज भी विरोध करते हैं, कल भी करते सी, अगों भी करांगे। सेहत पक्षों कितना नुकसान हो रहा है नज़दीक वाले लोगों को? कैंसर, दमे दी बीमारियां ते चमड़ी दी बीमारियां जिहड़ियां वो आम करके पिंडों के विच बहुत गिणती लोगों को हो रही हैं, जिहदा कि तुसीं सर्वे सरकारी रिपोर्टां के आधार पर सिविल सर्जन रूपनगर तो भी लै सकते हो। की नाम है जी? मेरा नाम परमजीत सिंह बहादुरपुर। ਤੇ ਅੱਜ ਜਿਹੜਾ ਅੰਬੂਜਾ ਨੂੰ ਲੈ ਕੇ ਵਿਰੋਧ ਕੀਤਾ ਗਿਆ, ਤੁਸੀਂ ਕੀ ਕੁਝ ਵਿਰੋਧ ਜਤਾਇਆ ਤੁਸੀਂ? ਸਾਡਾ ਵਿਰੋਧ ਇਹ ਹੈ ਜੀ, ਅੰਬੂਜਾ ਨਾਲ ਪਹਿਲਾਂ ਹੀ ਅੰਬੂਜਾ ਜੋ ਵਾਤਾਵਰਣ ਸੰਬੰਧੀ ਵਾਇਓਲੇਸ਼ਨ ਕਰ ਰਿਹਾ ਹੈ, ਸੀਪੀਸੀਬੀ ਗਾਈਡਲਾਈਨਸ ਨੂੰ ਤਾਕ ਤੇ ਰੱਖ ਕੇ ਸੀਮੈਂਟ ਫਲਾਈ ਐਸ਼ ਦੀ ਢੋਆ ਢੁਆਈ ਹੋ ਰਹੀ ਹੈ ਤੇ ਨੇੜਲੇ ਇਲਾਕੇ ਦਾ ਪਾਣੀ ਜ਼ਹਿਰੀਲੇ ਪੱਧਰ ਤੱਕ ਦੂਸ਼ਿਤ ਹੋ ਚੁੱਕਿਆ ਹੈ, ਹਵਾ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪੁਰਾਣੇ ਸਮੇਂ ਦੇ ਵਿੱਚ ਜੋ ਅੰਬੂਜਾ ਨੇ ਵਾਇਓਲੇਸ਼ਨ ਕੀਤੀਆਂ ਉਹਦੇ ਪ੍ਰਤੀ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕਰੀ। ਅੰਦਰੂਨੀ ਮਿਲੇ ਭੁਗਤ ਦਾ ਅਸੀਂ ਖੁਲਾਸਾ ਕਰਾਂਗੇ ਬਹੁਤ ਛੇਤੀ। ਅਸੀਂ ਇਸ ਮਨੀ ਕੋਰਟ ਜਾਵਾਂਗੇ। ਸਿਹਤ ਨੂੰ ਲੈ ਕੇ ਕਿੱਦਾਂ ਦੇ ਨੁਕਸਾਨ ਹੋਇਆ ਇਲਾਕੇ 'ਚ? ਸਾਡੇ ਇਲਾਕੇ ਦੇ ਵਿੱਚ ਵੱਡੀ ਪੱਧਰ ਤੇ ਕੈਂਸਰ ਦੇ ਮਰੀਜ਼, ਦਮੇ ਦੇ ਮਰੀਜ਼, ਸਾਹ ਦੇ ਰੋਗ ਤੇ ਇਸ ਤੋਂ ਇਲਾਵਾ ਚਮੜੀ ਦੇ ਰੋਗ, ਟੀਬੀ ਦੇ ਰੋਗ। ਤੁਸੀਂ ਸਰਕਾਰੀ ਅੰਕੜੇ ਚੱਕ ਲਓ, ਹਰ ਪਿੰਡ ਦੇ ਆਂਗਣਵਾੜੀ ਵਰਕਰ ਕੋਲ, ਆਸ਼ਾ ਵਰਕਰ ਕੋਲ ਸਰਕਾਰੀ ਅੰਕੜੇ ਪਏ ਆ। ਸਾਡੇ ਕਹਿਣ ਦੀ ਲੋੜ ਨਹੀਂ, ਸਰਕਾਰੀ ਅੰਕੜੇ ਕਹਿੰਦੇ ਆ ਕਿ ਕਈ ਪਿੰਡ 15 20 ਲੋਕ ਇੱਕ ਪਿੰਡ ਦੇ ਵਿੱਚ ਕੈਂਸਰ ਦੇ ਮਰੀਜ਼ ਹੈਗੇ ਆ। ਤੇ ਇਸ ਦਾ ਸਟੇਟ ਫਾਰਵਰਡ ਤੁਸੀਂ ਰਿਸਰਚ ਰਿਪੋਰਟਾਂ ਚੱਕ ਲਓ ਮੈਡੀਕਲ ਸਾਇੰਸਿਸ ਦੀਆਂ, ਉਹ ਕਹਿੰਦੀਆਂ ਕਿ ਇਹਦਾ ਸਿੱਧਾ ਜਿਹਾ ਸੰਬੰਧ ਪ੍ਰਦੂਸ਼ਣ ਨਾਲ ਹੈ, ਹਵਾ ਪ੍ਰਦੂਸ਼ਣ ਨਾਲ, ਸਵਾਹ ਦੇ ਪ੍ਰਦੂਸ਼ਣ ਨਾਲ ਹੈ। ਜੇ ਵਿਰੋਧ ਦੇ ਬਾਵਜੂਦ ਪਰਮਿਸ਼ਨ ਮਿਲ ਜਾਂਦੀ ਹੈ ਵਾਧੇ ਦੀ, ਫਿਰ ਅੱਗੇ ਕੀ ਸਟੈਪ ਹੋਊਗਾ? ਅਸੀਂ ਸਖਤ ਵਿਰੋਧ ਕਰਾਂਗੇ, ਕਾਨੂੰਨੀ ਤੌਰ ਤੇ ਵੀ ਤੇ ਜਨਤਕ ਤੌਰ ਤੇ ਵੀ। ਅਸੀਂ ਇਹ ਵਾਧਾ ਨਹੀਂ ਹੋਣ ਦਾਂਗੇ, ਚਾਹੇ ਸਾਨੂੰ ਆਪਣੀਆਂ ਜਾਨਾਂ ਦੇਣੀਆਂ ਪੈਣ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਜੀ ਜਗਦੀਪ ਸਿੰਘ, ਪਿੰਡ ਲੋਗੜ ਖੱਡੇ। ਅੱਛਾ, ਤੁਸੀਂ ਅੱਜ ਸੁਣਵਾਈ ਦੇ ਵਿੱਚ ਵਿਰੋਧ ਕੀਤਾ ਤੇ ਅੰਕੜੇ ਦਿੱਤੇ ਆ, ਕੀ ਕੁਝ ਅੰਕੜੇ, ਕੀ ਨੁਕਸਾਨ ਹੋ ਰਿਹਾ? ਦੇਖੋ ਜੀ, ਮੈਂ ਆਪਣੇ ਪਿੰਡ ਦੇ ਜਿਹੜੇ ਆਸ਼ਾ ਵਰਕਰ ਤੋਂ ਅੰਕੜੇ ਲੈ ਕੇ ਆਇਆ ਸੀਗਾ ਜੀ, ਉਹਦੇ ਵਿੱਚ 14 ਮਰੀਜ਼ ਸਾਡੇ ਪਿੰਡ ਦੇ ਵਿੱਚ ਕੈਂਸਰ ਦੇ ਆ ਜੀ। ਮੌਤਾਂ ਵੀ ਹੋ ਚੁੱਕੀਆਂ ਉਹਨਾਂ ਚੋਂ 14 ਮਰੀਜ਼ਾਂ ਦੇ, ਕਿ ਜਿਹੜੇ ਰਿਕਾਰਡ ਕਰੇ ਗਏ ਮਰੀਜ਼ 14 ਕੈਂਸਰ ਦੇ ਸੀਗੇ। 6 ਮਰੀਜ਼ ਜੀ ਸਾਡੇ ਟੀਬੀ ਦੇ ਆ ਤੇ 5 ਸਾਡੇ ਚਮੜੀ ਰੋਗਾਂ ਦੇ ਆ। ਕੁਝ ਲੋਕ ਆ ਜਿਹੜੇ ਆਪਣੇ ਨਾ ਇਹ ਆંકੜੇ ਲੁਕਾ ਰਹੇ ਆ, ਉਹ ਆਸ਼ਾ ਵਰਕਰ ਨੂੰ ਨੋਟ ਨਹੀਂ ਕਰਿਆ, ਕਿਉਂਕਿ ਟੀਵੀ ਦੀ ਬਿਮਾਰੀ ਆ, ਬੱਚਿਆਂ ਨੂੰ ਹੋ ਰਹੀ ਆ, ਤਾਂ ਬੰਦਾ ਥੋੜੀ ਜਿਹੀ ਸ਼ਰਮ ਮਹਿਸੂਸ ਕਰਦਾ, ਡਰਦੇ ਆ। ਤੇ ਉਹ ਤੋਂ ਇਲਾਵਾ ਦਬੁਰਜੀ ਪਿੰਡ ਦੇ ਆંકੜੇ ਅਸੀਂ ਇਕੱਠੇ ਕਰੇ ਸੀਗੇ, ਉੱਥੇ ਵੀ ਜੀ 7 ਮਰੀਜ਼ ਆ ਜਿਹੜੇ ਉਹ ਕੈਂਸਰ ਦੇ ਸੀਗੇ ਤੇ 20 ਬੰਦੇ ਜਿਹੜੇ ਜੀ ਉਹਦੇ ਚਮੜੀ ਰੋਗਾਂ ਦੇ ਆ। ਤੇ ਇਸ ਤੋਂ ਇਲਾਵਾ ਜਿਹੜੇ 5 ਮਰੀਜ਼ ਜਿਹੜੇ ਅੱਖਾਂ ਦੀਆਂ ਬਿਮਾਰੀਆਂ ਦੇ ਨਾਲ ਜੁੜੇ ਹੋਏ ਮਿਲੇ ਆ। ਵਜ੍ਹਾ ਜੀ ਇੱਦਾਂ ਤੁਸੀਂ ਦੇਖੋ, ਅਗਰ ਅਸੀਂ ਮੋਟਾ ਜਿਹਾ ਹਿਸਾਬ ਲਾਇਆ ਕਿ ਜ਼ਿਆਦਾ ਜਨਾਨੀਆਂ ਕੋਈ ਨਸ਼ਾ, ਉਹ ਮੈਂ ਕਹਿੰਦਾ ਉਹਦੇ 'ਚ ਨਸ਼ਾ ਕੋਈ ਨਹੀਂ ਕਰਦੀਆਂ ਤੇ ਕੋਈ ਕਿਸੇ ਤਰ੍ਹਾਂ ਦਾ मैं ਉਹੀ ਕਹਿ ਰਿਹਾ ਜੀ ਕਿ ਵਜ੍ਹਾ ਇਹਦੀ ਪ੍ਰਦੂਸ਼ਣ ਆ, ਕਿਉਂਕਿ ਜਦ ਇਹਦੇ ਕੈਂਸਰ ਤੇ ਟੀਵੀ ਦੇ ਕਾਰਨ ਕੁਝ ਹੋਰ ਵੀ ਹੁੰਦੇ ਇਹਦੇ ਇਲਾਵਾ, ਉਹ ਹੈ ਹੀ ਨਹੀਂ ਆ। ਸਿੱਧਾ ਇੱਕੋ ਕਾਰਨ ਸਾਰਿਆਂ ਦੇ ਵਿੱਚ ਕਾਮਨ ਆ, ਉਹ ਹੈਗਾ ਜੀ ਇਹਦੇ ਵਿੱਚ ਪ੍ਰਦੂਸ਼ਣ। ਤੇ ਉਸ ਪ੍ਰਦੂਸ਼ਣ ਕਰਕੇ ਸਾਡੇ ਲੋਕ ਆ ਜਿਹੜੇ ਉਹ ਇਹਨਾਂ ਬਿਮਾਰੀਆਂ ਦੇ ਵਿੱਚ ਘਿਰ ਰਹੇ ਆ। ਤੁਸੀਂ ਫਿਰ ਕਿੱਦਾਂ ਦਾ ਵਿਰੋਧ ਜਤਾਇਆ ਜੇ ਵਿਰੋਧ ਦੇ ਬਾਵਜੂਦ?
ਅਸੀਂ ਇਹਦਾ ਸਖਤ ਵਿਰੋਧ ਜਤਾਇਆ ਹੈ ਤੇ ਇਹਦੇ ਇਲਾਵਾ ਅਗਰ ਅਸੀਂ ਇਹ ਵੀ ਤਾਂ ਕਹਿ ਦੇਣਾ ਚਾਹੁੰਦੇ ਆ ਕਿ ਜੇ ਹੁਣ ਵੀ ਵਾਧਾ ਹੋ ਜਾਂਦਾ ਅਸੀਂ ਸੜਕ ਤੇ ਵੀ ਆ ਜਾਣਾ ਤੇ ਅਸੀਂ ਕਾਨੂੰਨੀ ਲੜਾਈ ਤਾਂ ਲੜਨੀ ਕਿਉਂਕਿ ਅਸੀਂ ਕਾਨੂੰਨੀ ਤੌਰ ਤੇ ਕਾਗਜ਼ੀ ਪੱਤਰੀ ਬਹੁਤ ਕਾਇਮ ਆ ਸਾਡੇ ਕੋਲ ਬਹੁਤ ਇਹਦੇ ਵਾਸਤੇ ਰਿਪੋਰਟਾਂ ਵੀ ਪਈਆਂ, ਕਾਗਜ਼ ਪਏ ਆ, ਅਸੀਂ ਆਰਟੀਆਈ 'ਚ ਜਿਹੜੇ ਖੁਲਾਸੇ ਹੋਏ ਆ ਉਹ ਸਾਰੇ ਸਾਡੇ ਕੋਲ ਪਏ ਆ। ਅੱਜ ਜਿਹੜੀ ਹੈਗੀ ਕੀ ਕਾਰਵਾਈ ਹੋਈ ਆ ਅੰਬੂਜਾ ਨੂੰ ਲੈ ਕੇ, ਕੀ ਕੁਝ ਰੱਖਿਆ ਹੋਇਆ ਸੀ? ਅੰਬੂਜਾ ਦਾ ਵਾਧਾ ਹੋਣਾ ਸੀ। ਇਸ ਵਾਧੇ ਤੇ ਪਹਿਲਾਂ ਈਸੀ ਇਨਵਾਇਰਨਮੈਂਟ ਕਲੀਅਰੈਂਸ ਲਈ ਜਾਂਦੀ ਆ। ਉਹ ਇਨਵਾਇਰਨਮੈਂਟ ਕਲੀਅਰੈਂਸ ਦੇ ਪਹਿਲਾਂ ਇਹਨਾਂ ਨੇ ਇੱਕ ਪਬਲਿਕ ਹੀਅਰਿੰਗ ਦਾ ਪ੍ਰੋਸੈਸ ਰੱਖਿਆ ਹੋਇਆ ਸੀ। ਉਹ ਪ੍ਰੋਸੈਸ ਦੇ ਵਿੱਚ ਸਥਾਨਕ ਲੋਕ ਜਿਹੜੇ ਨਾਨ ਕੰਪਲਾਈਂਸ ਪਹਿਲਾਂ ਦੇ ਇਹਨਾਂ ਲੋਕਾਂ ਨਾਲ ਵਾਅਦੇ ਕੀਤੇ ਹੋਏ ਆ, ਉਹਨਾਂ ਵਾਅਦਿਆਂ ਉੱਤੇ ਗੱਲਬਾਤ ਹੋਈ। ਉਹ ਵਾਅਦੇ ਜਿਹੜੇ ਹੈ ਇਹਨਾਂ ਨੇ ਪਹਿਲਾਂ ਸਾਫ਼ ਹਵਾ ਦੇ ਦੇਣੇ ਕੀਤੇ। ਸਾਫ਼ ਹਵਾ ਦੇ ਨਾਲ ਹੋਰ ਵੀ ਬਹੁਤ ਸਾਰੇ ਵਾਅਦੇ ਸੀ ਜਿਹੜੇ ਇਹਨਾਂ ਨੇ ਕੀਤੇ ਹੋਏ, ਪਰ ਫੈਕਟਰੀ ਕਿਹੜੇ ਰੂਲਾਂ ਦੀ ਉਲੰਘਣਾ ਕਰ ਰਹੀ ਹੈ ਫੈਕਟਰੀ CPC ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀ ਗਾਈਡਲਾਈਨ ਮੁਤਾਬਕ ਜੋ ਫਲਾਈ ਐਸ਼ ਹੈ ਉਹ ਬਲਕਰ ਜਾਂ ਮਕੈਨੀਕਲ ਡਿਜ਼ਾਈਨ ਗੱਡੀ ਦੇ ਵਿੱਚ ਜਾਣੀ ਚਾਹੀਦੀ ਆ, ਪਰ ਇਹ ਓਪਨ ਬਾਡੀ ਗੱਡੀ ਦੇ ਵਿੱਚ ਫਲਾਈ ਐਸ਼ ਜਾਂਦੀ ਹੈ ਜੋ ਕਿ ਸਪੀਡ ਬ੍ਰੇਕਾਂ ਦੇ ਉੱਤੇ ਉਛਲ ਕੇ ਗਿਰਦੀ ਆ ਔਰ ਉਛਲ ਕੇ ਗਿਰਨੇ ਦੇ ਬਾਅਦ ਵਿੱਚ ਸਥਾਨਕ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪੈਂਦੀ ਆ। ਔਰ ਨੰਬਰ 2 ਜੋ ਫਲਾਈ ਐਸ਼ ਵਾਲੀ ਗੱਡੀ ਆ ਉਹ ਗੱਡੀ ਜਿਸ ਟਾਈਮ ਜੋ ਰੂਲ ਐਂਡ ਰੈਗੂਲੇਸ਼ਨ ਹੈ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਉਹ ਇਹ ਕਹਿੰਦੇ ਆ ਕਿ 2 ਸਟੇਜ ਵਾਸ਼ਿੰਗ ਸਟੇਸ਼ਨ ਲੱਗਿਆ ਹੋਣਾ ਚਾਹੀਦਾ, ਗੱਡੀ ਦੇ ਵੀਲ ਤੱਕ ਧੋ ਹੋ ਕੇ ਬਾਹਰ ਆਣੇ ਚਾਹੀਦੇ ਆ, ਗੱਡੀ ਬਾਹਰ ਤੇ 2 ਵਾਰ ਧੋ ਹੋਣੀ ਚਾਹੀਦੀ ਆ ਤਾਂ ਜੋ ਸਥਾਨਕ ਲੋਕ ਜਾਂ ਹੋਰ ਕਿਤੇ ਰਾਹਗੀਰ ਦੇ ਅੱਖਾਂ ਵਿੱਚ ਪੋਲਿਊਸ਼ਨ ਦੇ ਕਾਰਨ ਨਾ ਪੈ ਸਕੇ। ਉਹ ਵੀ ਵਾਇਓਲੇਟ ਕੀਤਾ ਜਾ ਰਿਹਾ ਹੈ। ਤੀਜੇ ਨੰਬਰ ਤੇ ਗੱਲ ਇਹ ਹੈ ਕਿ ਉਸ ਸਟੇਸ਼ਨ ਦੇ ਉੱਤੇ ਜਿਸ ਐਸ਼ ਡੈਕ ਵਿੱਚ ਤੇ ਜਾਂ ਅੰਬੂਜਾ ਸੀਮੈਂਟ ਪਲਾਂਟ ਦੇ ਵਿੱਚੋਂ ਜਿੱਥੇ ਵੀ ਐਸ਼ ਲੋਡ ਹੋ ਕੇ ਜਾਣੀ ਆ ਉੱਥੇ ਵੇਟ ਬ੍ਰਿਜ ਲੱਗਿਆ ਹੋਣਾ ਚਾਹੀਦਾ ਤਾਂ ਜੋ ਗੱਡੀ ਓਵਰਲੋਡ ਨਾ ਜਾਏ। ਪਰੰਤੂ ਇਹ ਸਾਰੇ ਜੋ ਹੈਗੇ ਹਰ ਕਿਸਮ ਦੇ ਇਹਨਾਂ ਕਾਨੂੰਨਾਂ ਦੀ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਰੂਲ ਐਂਡ ਰੈਗੂਲੇਸ਼ਨ ਦੀ ਅੰਬੂਜਾ ਸੀਮੈਂਟ ਫੈਕਟਰੀ ਉਲੰਘਣਾ ਕਰਦੀ ਹੈ। ਅੱਜ ਦੀ ਜਿਹੜੀ ਸੁਣਵਾਈ ਕਰਨ ਪਹੁੰਚੇ ਸੀ ਅਧਿਕਾਰੀ ਆ, ਹੋਰ ਕਿੰਨਾ ਕੁ ਸੰਤੁਸ਼ਟ ਹੋ ਤੁਸੀਂ? ਅਸੀਂ ਅਧਿਕਾਰੀਆਂ ਨਾਲ ਮੈਂ ਅਧਿਕਾਰੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਡੀਸੀ ਸਾਹਿਬ ਨੇ ਸਾਡੇ ਪੁਆਇੰਟ ਟੂ ਪੁਆਇੰਟ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਪਹਿਲੀ ਪਬਲਿਕ ਹੀਅਰਿੰਗ ਇਸ ਕਿਸਮ ਦੀ ਹੋਈ ਸੀ ਕਿ ਸਾਨੂੰ ਕਿਹਾ ਤੁਸੀਂ ਸਵਾਲ ਕਰੀ ਜਾਓ ਜਵਾਬ ਬਾਅਦ 'ਚ ਇਕੱਠੇ ਹੀ ਦੇਵਾਂਗਾ, ਉਹਦੇ ਵਿੱਚ ਸਵਾਲ ਔਰ ਜਵਾਬ ਰੁਲ ਜਾਂਦੇ ਆ। ਮੈਂ ਡੀਸੀ ਸਾਹਿਬ ਦਾ ਬਹੁਤ ਦਿਲ ਤੇ ਧੰਨਵਾਦ ਕਰਦਾ ਜਿਨੇ ਕਿ ਪਬਲਿਕ ਦੇ ਨਾਲ ਬਿਲਕੁਲ ਡੈਮੋਕ੍ਰੈਟਿਕ ਤਰੀਕੇ ਨਾਲ ਜਿਵੇਂ ਕਿ ਕਿਹਾ ਵੀ ਆਮ ਆਦਮੀ ਦੀ ਸਰਕਾਰ ਆ ਉਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਵਿਵਹਾਰ ਕੀਤਾ। ਕਿਸੇ ਨਾਲ ਵੀ ਕੋਈ ਥ੍ਰੈਟ ਦੀ ਜਾਂ ਕਿਸੇ ਕਿਸਮ ਦੀ ਇਸ ਕਿਸਮ ਦੀ ਕੋਈ ਉਹ ਨਹੀਂ ਆਈ। ਕੀ ਉਮੀਦ ਕਰਦੇ ਹੋ? ਪਹਿਲਾਂ ਵੀ ਇਦਾਂ ਦੀਆਂ ਹੈਰਿੰਗਾਂ ਹੋਈਆਂ, ਪਹਿਲਾਂ ਵੀ ਵਾਧੇ ਹੋਇਆ ਹੈਰਿੰਗਾਂ ਦੇ ਵਿਰੋਧ ਦੇ ਬਾਵਜੂਦ, ਕੀ ਉਮੀਦ ਕਰਦੇ ਹੋ ਜਿਹੜਾ ਇਸ ਵਾਰੀ ਵਿਰੋਧ ਹੋਇਆ ਹੈ ਜਿਹੜਾ ਕਿ ਇਕੱਲੇ ਭਵਿੱਖ ਦੇ ਵਿੱਚ ਕਿਤੇ ਵਾਧਾ ਤਾਂ ਨਹੀਂ ਹੋਊਗੀ? ਦੇਖੋ ਇਹ ਲੋਕਾਂ ਨੇ ਮਤਲਬ ਕਿ 100% ਵਿਰੋਧ ਕੀਤਾ ਹੈ। ਇਹ ਜੋ ਅਥਾਰਟੀ ਹੈ ਸਟੇਟ ਦੀ ਪੋਲਿਊਸ਼ਨ ਕੰਟਰੋਲ ਬੋਰਡ ਔਰ ਡੀਸੀ ਸਾਹਿਬ ਇਹ ਇੱਕ ਇਹਨਾਂ ਨੇ ਇਸ ਦੇ ਉੱਤੇ ਫੈਸਲਾ ਨਹੀਂ ਕਰਨਾ, ਫੈਸਲਾ ਕਰਨਾ ਹੈ ਸੈਂਟਰ ਦੇ ਵਿੱਚ ਜਿਹੜਾ ਹੈ ਇੰਡਸਟਰੀ ਤੇ ਈਸੀ ਦੇਣੇ ਵਾਲੀ ਕਲਾਈਮੇਟ ਚੇਂਜ ਦੀ ਜਿਹੜੀ ਹੈਗੀ ਆ ਅਥਾਰਟੀ ਉਹਨਾਂ ਫੈਸਲਾ ਕਰਨਾ ਹੈ। ਇਹਨਾਂ ਨੇ ਇੱਥੇ ਤੇ ਆਪਣੇ ਜੋ ਪੁਆਇੰਟ ਹੈ ਉਹ ਨੋਟ ਕਰਕੇ ਉੱਥੇ ਭੇਜਣੇ ਆ। ਜੇ ਇਸ ਦੇ ਵਿਰੋਧ ਦੇ ਬਾਵਜੂਦ ਵਾਧਾ ਹੋ ਜਾਂਦਾ, ਫੈਕਟਰੀ ਨੂੰ ਪਰਮਿਸ਼ਨ ਮਿਲ ਜਾਂਦੀ, ਫਿਰ ਅਗਲਾ ਕੀ ਸਟੈਪ? ਸਾਡੇ ਕੋਲ ਬਹੁਤ ਸਾਰੇ ਵਿਕਲਪ ਬਾਕੀ ਨੇ। ਅਸੀਂ ਨੈਸ਼ਨਲ ਹਾਈਵੇ ਵੀ ਜਾਮ ਕਰਾਂਗੇ ਔਰ ਉਸ ਦੇ ਅੱਗੇ ਸਾਡਾ ਸਟੈਪ ਜੋ ਹੋਏਗਾ ਸੁਪਰੀਮ ਕੋਰਟ ਵੀ ਖੁੱਲੀ ਹੈ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਖੁੱਲੀ ਆ। ਸਾਡੇ ਕੋਲ ਇਸ ਟਾਈਮ ਬਹੁਤ ਸਾਰੇ ਤੱਥ ਹੈ, ਬਹੁਤ ਐਵੀਡੈਂਸ ਆ, ਆਰਟੀਆਈ ਦੇ ਸਬੂਤ ਹੈ ਜਿਹੜੇ ਕਿ ਅਸੀਂ ਕਿ ਇਹ ਮਾਮਲੇ ਦੇ ਵਿੱਚ ਅਸੀਂ ਅੱਗੇ ਵਧਾਂਗੇ ਉਹਨੂੰ ਲੈ ਕੇ। ਸੁਣਵਾਈ ਰੱਖੀ ਗਈ ਸੀ ਅੰਬੂਜਾ ਦੇ ਵਾਧੇ ਨੂੰ ਲੈ ਕੇ, ਕੀ ਕੁਝ ਕਹਿਣਾ ਚਾਹੁੰਦੇ ਹੋ? ये सुनवाई थी हमारे जो प्लांट का एक्सपेंशन है उसके लिए ये जन सुनवाई रखी गई थी और इसमें लोगों ने अपने व्यू रखे हैं। काफ़ी लोगों ने उसका विरोध भी किया है और कुछ लोग जो कंपनी में कार्यरत हैं, जिनको कंपनी ने नौकरी दे रखी है, जो कंपनी के साथ में और किसी तरह से जुड़े हुए हैं, जिनको हमारा फाउंडेशन ने सहायता दी है, उन लोग को इस में आने नहीं दिया और उनका वॉइस उनको आने से मना कर दिया, उनको रास्ते में रोक लिया। इस वजह से वो नहीं आ पाए हैं। ਜੈਸਾ ਜਿਹੜੇ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਦੀ ਗਾਈਡਲਾਈਨਾਂ ਦੀ ਜਿਹੜੀ ਉਲੰਘਣਾ ਕਰ ਰਹੀ ਹੈ, ਜਿਹੜੀ ਫੈਕਟਰੀ ਬਹੁਤ ਵੱਡੇ ਪੱਧਰ ਤੇ ਜਿਹਦਾ ਪ੍ਰਦੂਸ਼ਣ ਕੰਟਰੋਲ ਜਿਹੜਾ ਚੈੱਕ ਨਹੀਂ ਕੀਤਾ ਗਿਆ, ਨੇੜੇ ਦੇ ਪਿੰਡਾਂ ਦਾ ਮਸ਼ੀਨਾਂ ਨਹੀਂ ਲਗਾਈਆਂ ਗਈਆਂ ਉੱਥੇ। हम लोगों ने जो भी हमारी सेंट्रल पोल्यूशन कंट्रोल बोर्ड की जो गाइडलाइन है, जो प्रदेश कंट्रोल बोर्ड की गाइडलाइन है, हम उनका पूरा का पूरा पालन कर रहे हैं। अभी मॉनिटरिंग हुई थी जिसमें थर्ड पार्टी जो है इंडिपेंडेंट एजेंसी मॉनिटरिंग करती है, उसमें सारी ही जो है हमारी जो मॉनिटरिंग में सारा प्रदूषण जो है नियंत्रण में पाया गया, उसमें कोई भी बाहर नहीं था। सर ਜਿਹੜੇ ਅੰਬੂਜਾ ਦੇ ਨਾਲ ਲੱਗਦੇ ਪਿੰਡਾਂ ਉਹਨਾਂ ਦੀ 에ਅਰ ਕੁਆਲਿਟੀ ਤੇ ਉਹਨਾਂ ਦੇ ਸਕੂਲਾਂ ਦਾ ਜਿਹੜਾ 에ਅਰ ਕੁਆਲਿਟੀ ਕਿਉਂ ਨਹੀਂ ਚੈੱਕ ਕੀਤੀ ਗਈ ਉਹਨਾਂ ਦਾ ਪ੍ਰਦੂਸ਼ਣ? ये मैंने पहले ही कहा कि जो भी प्रदूषण की ये गाइडलाइन है उसमें 8 जगह में जो है लगाना होता है, हर डायरेक्शन में लगाना होता है
उसमें जितने भी डिस्टेंस पे जो उसकी मापदंड है उसके हिसाब से लगाया गया है। गाइडलाइन में मना किया कि साथ के गाँव का नहीं ले सकते हम। वो कितने भी डिस्टेंस पे लगा सकते हैं, 10 किलोमीटर के बंद में, उसी हिसाब से। वो भी इंडिपेंडेंट एजेंसी है, कंसल्टेंट है, उनको हमसे भी ज़्यादा पता है कि कहाँ लगाना है, किस तरफ में एयर की डायरेक्शन है, उसी हिसाब से वो लगाया गया ऐसे है। लोगों का दोष है जो एयर क्वालिटी चेक करने की मशीनें आपने सारी अंदर लगा रखी हैं जो गांव में लगनी चाहिए थी, वो अभी लोगों ने। हाँ, उसके लिए भी मैं आपको बताऊँ, ये जो है एनजीटी ने जो है ये अप्रूव किया, जो प्रदेश पोल्यूशन कंट्रोल बोर्ड है उसके हिसाब से ही ये मशीनें लगी हुई हैं। उनका अप्रूव्ड लोकेशन पे उन्होंने हमको बताया कि ये लोकेशन पे लगाना है, और वो वही अप्रूव्ड लोकेशन पे हम लोगों ने लगाया है, और उसी को जो है एनजीटी में भी सबमिट किया गया है। तो आज लोगों ने ज़्यादातर विरोध किया, अभी क्या करेंगे आप? ये तो जन सुनवाई है, इसमें जो भी डिपार्टमेंट का फैसला होगा वो हमको मंजूर होगा। लोग कहने के सर ये भी एक सवाल है लोगों का कि जो 100 मीटर के दायरे में घर है वहाँ पे कोई भी कभी अंबुजा का ना अधिकारी ना कभी सफाई वगैरह की जाती है उस रोड पे भी। ये तो गलत बात है, ये ऐसा सच नहीं है। नहीं है सर उन्होंने कुछ यहाँ पे दरख्त दिखाए हैं हमें, ट्रीज कुछ जो रोड के पास है उन पे पूरा मतलब के पानी के साथ उनको धो रखा था, लेकिन पीछे वाले पूरे धूल से पड़े हुए हैं। ऐसा सच नहीं है। मैंने आपको पहले ही बताया कि जो हमारी गाइडलाइन है, पोल्यूशन कंट्रोल बोर्ड की गाइडलाइन है, उसके हिसाब से ही जो है हम लोग अपना पालन कर रहे हैं। ਜਿਹੜੇ ਹੈਗੇ ਵਾਅਦੇ ਨੂੰ ਲੈ ਕੇ ਸੁਣਵਾਈ ਰੱਖੀ ਗਈ ਸੀ, ਬਾਕੀ ਕੁਝ ਜਿਹੜਾ ਹੈਗਾ ਹੁਣ ਤੱਕ ਰੱਖਿਆ ਗਿਆ। ਹਾਂਜੀ, ਅੱਜ ਪਬਲਿਕ ਹੀਅਰਿੰਗ ਰੱਖੀ ਗਈ ਸੀ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਐਕਸਪੈਂਸ਼ਨ ਆਫ ਜਿਹੜਾ ਅੰਬੂਜਾ ਪ੍ਰੋਜੈਕਟ ਹੈ ਉਸ ਦੀ ਐਕਸਪੈਂਸ਼ਨ ਲਈ ਇੱਥੇ ਪਬਲਿਕ ਹੀਅਰਿੰਗ ਹੋਈ ਹੈ। ਇਸ ਦੇ ਵਿੱਚ ਲੋਕਾਂ ਨੇ ਆਪਣੇ ਕੁਐਸਚਨਸ ਪੁੱਛੇ ਹੈ, ਬਹੁਤ ਸਾਰੇ ਕੁਐਸਚਨਸ ਪੁੱਛੇ, ਉਹ ਔਨ ਦਾ ਰਿਕਾਰਡ ਹੈ। ਉਹਨਾਂ ਦੇ ਆਨਸਰ ਜਿਹੜੇ ਕੰਪਨੀ ਦੇ ਸਕਦੀ ਹੈ ਉਹ ਕੰਪਨੀ ਨੇ ਦਿੱਤੇ ਹੈ, ਉਹ ਵੀ ਸਾਰੇ ਔਨ ਰਿਕਾਰਡ ਹੈ, ਤੇ ਉਸ ਤੋਂ ਬਾਅਦ ਸਾਰਿਆਂ ਦਾ ਮਤ ਲਿਆ ਗਿਆ, ਉਹ ਸਾਰਾ ਇਨ ਕੈਮਰਾ ਤੇ ਇਨ ਪ੍ਰੋਸੀਡਿੰਗਸ ਰਿਕਾਰਡਡ ਹੈ ਜੀ। ਮੈਡਮ ਵਿਰੋਧ ਦੇ ਵਿੱਚ ਜ਼ਿਆਦਾ ਦਿਖਾਈ ਦਿੱਤੇ ਤੇ ਲੋਕਾਂ ਨੇ ਵੀ ਕਿਹਾ ਕਿ ਇਸ ਤੋਂ ਬਾਅਦ ਵਾਧਾ ਨਹੀਂ ਹੋਣਾ ਚਾਹੀਦਾ ਜੀ। ਲੋਕਾਂ ਦੀ ਕੁਝ ਰਿਜ਼ਰਵੇਸ਼ਨਸ ਹੈ ਜੀ, ਉਹ ਅਸੀਂ ਪੂਰੇ ਤਰੀਕੇ ਨਾਲ ਰਿਕਾਰਡ ਕੀਤੀ ਗਈ ਹੈ। ਇਹ ਸਾਰੀ ਜਿਹੜੀ ਅਨਐਡਿਟਡ ਵਰਜ਼ਨਸ ਹੈ ਉਹ ਸਾਰੇ ਵੀ ਮਿਨਿਸਟਰੀ ਨੂੰ ਪਹੁੰਚਾ ਦੇਣਗੇ।